गुरु गरीब निवाज। हम अवगुण भरी एक गुण नाही, अमृत साड बिखै बिख खाही। माया मोह भरम पै भूले, सुत दर स्यों प्रीत लगाई। एक उत्तम पंथ सुनिहो गुर संगत, तह मलंत जम त्रास मिटाई। एक अरदास पाठ कीरत की, गुरु रामदास राखो सरनाई। बख्श लिहो महाराज मैं अपराधी, मैं अपराधी। बख्श लियो महाराज मैं अपराधी, मैं अपराधी। बख्श लियो महाराज मैं अपराधी, मैं अपराधी। बख्श लियो महाराज मैं अपराधी, मैं अपराधी। जी बख्श लियो महाराज मैं अपराधी, मैं अपराधी। बख्श लियो महाराज मैं अपराधी, मैं अपराधी। मैं अपराधी, मैं अपराधी, मैं अपराधी, मैं अपराधी। मैं अपराधी, मैं अपराधी, मैं अपराधी, मैं जी मैं अपराधी, मैं अपराधी, मैं अपराधी, मैं अपराधी। बख्श लिहो महाराज मैं अपराधी नो, बख्श लिहो महाराज मैं अपराधी नो। बख्श लियो महाराज मैं अपराधी नो, बख्श लियो महाराज मैं अपराधी। जी बख्श लियो महाराज मैं अपराधी नो, बख्श लियो महाराज मैं अपराधी नो। परम सत्कारजो गुरु स्वरूप गुरु प्यारी गुरु सवारी साध संगत जीओ, ਆਪ ਜੀ ਕਾਫੀ ਸਮੇਂ ਤੋਂ ਗੁਰਮਤਿ ਵਿਚਾਰਾਂ, ਗੁਰਬਾਣੀ ਦਾ ਕੀਰਤਨ, ਇਤਿਹਾਸ ਸਰਵਣ ਕਰ ਰਹੇ ਹੋ। ਬਾਬਾ ਜੀ, ਬਾਬਾ ਰਣਜੋਤ ਸਿੰਘ ਜੀ, ਸਮੂਹ ਇਲਾਕਾ ਗੁਰਸਿੱਖ ਵੀਰ ਸੰਗਤਾਂ ਰਲ ਮਿਲ ਕੇ ਸ਼ੁਭ ਦਿਹਾੜਿਆਂ ਨੂੰ ਸਮਰਪਿਤ ਇਹ ਸਮਾਗਮ ਚੱਲ ਰਿਹਾ ਹੈ। ਸੋ ਆਓ ਗੁਰੂ ਘਰ ਦੀਆਂ ਕਥਾ ਵਿਚਾਰਾਂ, ਸਾਡਾ ਜੀਵਨ, ਸਾਡੀ ਜ਼ਿੰਦਗੀ ਦਾ ਸਫ਼ਰ ਔਰ ਸਾਡੇ ਜੀਵਨ ਨੂੰ ਅਮੋਲਕ ਦੇਣ ਸਤਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਜਿੱਥੇ ਨਾਮ ਦੀ ਗੱਲ ਹੋਵੇ, ਪਰਮਾਤਮਾ ਦੀ ਗੱਲ ਹੋਵੇ, ਵਾਹਿਗੁਰੂ ਦੀ ਗੱਲ ਹੋਵੇ, ਆਤਮਾ ਤੇ ਪਰਮਾਤਮਾ ਦੇ ਮੇਲ ਦੀ ਗੱਲ ਹੋਵੇ, ਉਹਨੂੰ ਸਤਸੰਗਤ ਆਖਿਆ ਜਾਂਦਾ ਹੈ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਸਤ ਦੀ ਸੰਗਤ, ਸਤ ਕੀ ਹੈ? ਪਰਮਾਤਮਾ, ਵਾਹਿਗੁਰੂ, ਸਤਨਾਮ। ਇੱਕ ਵਾਹਿਗੁਰੂ ਹੈ, ਇੱਕ ਅਕਾਲ ਪੁਰਖ ਹੈ, ਜਿਹਨੂੰ ਅੱਲਾ ਕਹਿ ਦਿੰਦੇ ਹਾਂ, ਗੌਡ ਕਹਿ ਦਿੰਦੇ ਹਾਂ, ਵਾਹਿਗੁਰੂ ਕਹਿ ਦਿੰਦੇ ਹਾਂ, ਅਕਾਲ ਪੁਰਖ ਕਹਿ ਦਿੰਦੇ ਹਾਂ, ਨਿਰੰਕਾਰ ਕਹਿ ਦਿੰਦੇ ਹਾਂ, ਨਿਰੰਜਨ ਕਹਿ ਦਿੰਦੇ ਹਾਂ। ਉਹ ਇੱਕੋ ਹੀ ਹੈ, ਇੱਕ ਓੰਕਾਰ। ਉਸ ਪਰਮਾਤਮਾ ਦੇ ਵਿੱਚ ਅਭੇਦ ਹੋਣ ਵਾਸਤੇ ਧਾਰਮਿਕ ਗ੍ਰੰਥ ਸਾਨੂੰ ਸਿੱਖਿਆ ਦਿੰਦੇ ਨੇ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੋੜ ਗਾਲੀ ਹੋਸੀਆਂ। ਨਾਮ ਤੋਂ ਬਿਨਾਂ ਸਭ ਕੁਝ ਕੋੜ ਹੈ।
ਨਾਮ ਤੋਂ ਬਿਨਾਂ ਸਭ ਕੁਝ ਵਿਅਰਥ ਹੈ, ਬਿਰਥਾ ਹੈ। ਮਿਥਿਆ ਧਨ ਧਨ ਕੁਟੰਬ ਸਵਾਇਆ। ਅਸੀਂ ਸਮਝਦੇ ਹਾਂ ਇਹ ਸੰਸਾਰ ਸਭ ਕੁਝ ਹੈ। ਘਰ ਤੋਂ ਸ਼ੁਰੂ ਹੁੰਦੀ ਹੈ ਜ਼ਿੰਦਗੀ। ਜਿਹੜਾ ਜੀਵਨ ਹੈ ਸਾਡਾ ਮਾਂ ਤੋਂ ਸ਼ੁਰੂ ਹੁੰਦਾ ਹੈ। ਮਾਂ ਦਾ ਦੁੱਧ ਪੀ ਕੇ ਬੱਚਾ ਮਾਂ ਦੇ ਪੇਟ ਵਿੱਚ ਪਲਦਾ ਹੈ। ਉਹਦੀਆਂ ਵੱਡੀਆਂ ਮਾਸਪੇਸ਼ੀਆਂ ਹੱਡੀਆਂ ਤੋਂ ਸਰੀਰ ਦੀ ਬਣਤਰ ਵਰਦੀ ਹੈ। ਸਰੀਰ ਨੂੰ ਘੜਿਆ ਜਾਂਦਾ ਹੈ। 9 ਮਹੀਨੇ ਮਾਂ ਦੇ ਪੇਟ ਵਿੱਚ ਪਲਦਾ ਹੈ। ਬਾਹਰ ਆਇਆ ਉਹਦਾ ਦੁੱਧ ਪੀਂਦਾ ਹੈ। ਫਿਰ ਉਹ ਜ਼ਮੀਨੀ ਪੱਧਰ 'ਤੇ ਇਸ ਧਰਤੀ ਮਾਤਾ, ਜਿਹਨੂੰ ਗੁਰਬਾਣੀ 'ਚ ਕਿਹਾ ਮਾਤਾ ਧਰਤ ਮਹੱਧ, ਇਸ ਧਰਤੀ ਦੇ ਉੱਪਰੋਂ ਉਪਜਿਆ ਹੋਇਆ ਅਨਾਜ ਉਹਨੂੰ ਖਾਂਦਾ ਪੀਂਦਾ ਹੈ। ਸੂਰਜ ਦੀ ਰੋਸ਼ਨੀ ਦੇ ਨਾਲ ਵੱਧਦਾ ਫੁੱਲਦਾ ਹੈ। ਸੋ ਇਸ ਤਰ੍ਹਾਂ ਕਰਕੇ ਇਹ ਸੰਸਾਰ ਦੇ ਵਿੱਚੋਂ ਆਪਣੇ ਜੀਵਨ ਨੂੰ ਜਿਹੜਾ ਸਰੀਰੀ ਬਣਤਰ ਹੈ, ਸਰੀਰ ਦੀ ਬਣਤਰ ਹੈ, ਉਹ ਜਿਹੜੀ ਇਹ ਸਮਾਜ ਨਾਲ ਜੁੜੀ ਹੋਈ ਹੈ। ਅਸੀਂ ਸਮਝਦੇ ਹਾਂ ਵੀ ਜੋ ਕੁਝ ਹੈ ਬਸ ਇਹੀ ਹੈ। ਇਹ ਇੱਕ ਸਾਧ ਸੰਗਤ ਜੀ ਸਾਡੇ ਸਰੀਰ ਦੀ ਘਾੜਤ ਜਿਹੜੀ ਘੜੀ ਜਾ ਰਹੀ ਹੈ। ਇੱਕ ਵਾਜੂ ਮੰਡਲ ਬ੍ਰਹਿਮੰਡ ਇਹਦੇ ਨਾਲ ਇਹ ਜੁੜਿਆ ਹੋਇਆ, ਪਰ ਇਹਨੂੰ ਸਾਰੇ ਨੂੰ ਗੁਰਬਾਣੀ ਨੇ ਮਿੱਥਿਆ ਆਖਿਆ। ਬੋਲੋ ਸਤਿਨਾਮ। ਹੈ ਕਿੰਨਾ ਜ਼ਰੂਰੀ ਬਣਿਆ। ਦੇਖੋ ਇਹ ਸਮਾਜ 5 ਤੱਤਾਂ ਦੇ ਵਿੱਚੋਂ 5 ਤੱਤਾਂ ਦਾ ਪੁਤਲਾ ਬਣਿਆ, ਪਰ ਸਭ ਨੂੰ ਮਿੱਥਿਆ ਆਖਿਆ ਮਹਾਰਾਜ ਜੀ ਨੇ। ਸਭ ਨੂੰ ਕੋੜ ਆਖਿਆ, ਸਭ ਨੂੰ ਝੂਠ ਆਖਿਆ। ਇੱਕੋ ਗੱਲ ਆਖੀ ਹੈ ਮਹਾਰਾਜ ਜੀ ਨੇ, ਕੇਵਲ ਤੇ ਕੇਵਲ ਨਾਮ ਹੀ ਸੱਚਾ ਹੈ। ਬੋਲੋ ਸਤਿਨਾਮ। ਜੇ ਸਮਝ ਆ ਜਾਵੇ ਨਾਮ ਦੀ, ਬੰਦਗੀ ਦੀ, ਬਾਣੀ ਦੀ, ਸਿਮਰਨ ਦੀ। ਸਿਮਰਨ ਤਾਂ ਸਾਧ ਸੰਗਤ ਜੀ ਤਕਰੀਬਨ ਸਾਰੀ ਕਰਦੇ ਹਾਂ ਆਪਾਂ। ਕਹਾਂਗੇ ਮੈਂ ਵੀ ਗੁਰਦੁਆਰੇ ਜਾਣਾ, ਮੈਂ ਮੰਦਰ ਜਾਣਾ, ਮੈਂ ਮਸਜਿਦ ਜਾਣਾ, ਮੈਂ ਇਹ ਕਰਦਾ, ਉਹ ਕਰਦਾ, ਸੇਵਾ ਕਰਦਾ, ਦਾਨ ਪੁੰਨ ਕਰਦਾ। ਇਹ ਕਰਮ ਤਾਂ ਹੋ ਹੀ ਜਾ ਰਹੇ ਨੇ, ਪਰ ਜਿੰਨਾ ਚਿਰ ਕਿਸੇ ਵਿਧੀ ਵਿਧਾਨ ਦੇ ਅੰਦਰ ਨਹੀਂ ਆਉਂਦਾ, ਜਿੰਨਾ ਚਿਰ ਕਿਸੇ ਗੁਰ ਪੀਰ ਦੇ ਸ਼ਰਨ ਵਿੱਚ ਨਹੀਂ ਆਉਂਦਾ, ਓਨਾ ਚਿਰ ਤੇਰਾ ਇਹ ਜਿਹੜਾ ਨਾਮ ਹੈ ਨਾ, ਜਿਹੜਾ ਤੇਰਾ ਇਹ ਸਿਮਰਨ ਹੈ, ਇੱਕ ਭਲਾ ਕਰਮ ਤਾਂ ਹੋ ਸਕਦਾ, ਸ਼ੁਭ ਕਰਮ ਤਾਂ ਹੋ ਸਕਦਾ ਸੰਸਾਰ ਦੇ ਵਿੱਚ, ਪਰ ਇਹ ਗੁਰੂ ਨੂੰ ਨਹੀਂ ਭਾਉਂਦਾ, ਇਹ ਪਰਮਾਤਮਾ ਨੂੰ ਨਹੀਂ ਭਾਉਂਦਾ। ਬੋਲੋ ਸਤਿਨਾਮ। ਆਓ ਗੁਰੂ ਨਾਨਕ ਮਹਾਰਾਜ ਜੀ ਸੰਸਾਰ ਤੇ ਆਏ। ਸੰਸਾਰ ਤੇ ਆ ਕੇ ਬਹੁਤ ਸਾਰੇ ਐਸੇ ਮਹਾਰਾਜ ਜੀ ਨੇ ਕੌਤਕ ਰਚੇ। ਪਾਂਧੇ ਨਾਲ ਵੀ ਰਚਿਆ, ਮੌਲਵੀ ਨਾਲ ਤੇ ਵੈਦ ਨਾਲ ਵੀ ਰਚਿਆ। ਸਾਧ ਸੰਗਤ ਜੀ ਤੇ ਖੇਤੀਬਾੜੀ ਦਾ, ਸੱਚੇ ਸੌਦੇ ਦਾ, ਇਹ ਵੀ ਸਾਧ ਸੰਗਤ ਜੀ ਉਹਨਾਂ ਨੇ ਕੌਤਕ ਰਚਿਆ। ਡੰਗਰ ਚਾਰਨ ਦਾ ਕੌਤਕ ਰਚਿਆ। ਆਖਰ ਨੂੰ ਭੈਣ ਕੋਲ ਚਲੇ ਗਏ, ਭੈਣ ਬੇਬੇ ਨਾਨਕੀ ਕੋਲ। ਬੇਬੇ ਨਾਨਕੀ ਭੈਣ ਕੋਲ ਜਾ ਕੇ ਸਾਧ ਸੰਗਤ ਜੀ ਇੱਥੇ ਇੱਕ ਵਿਚਾਰ ਵਾਲੀ ਗੱਲ ਆਉਂਦੀ ਹੈ, ਜਿਹੜੀਆਂ ਇਹ ਸੰਸਾਰ ਨਾਲ ਵੀ, ਕੁਝ ਸਮਾਜ ਨਾਲ ਗੱਲਾਂ ਜੋ ਕਹਿੰਦੇ ਆ ਆਪਾਂ, ਇਹ ਕਾਇਦੇ ਦੀ ਗੱਲ ਹੈ, ਇਹ ਸਿਆਣੀ ਗੱਲ ਹੈ, ਇਹ ਜੁੜੀਆਂ ਹੋਈਆਂ ਗੱਲਾਂ ਨੇ। ਕੁਝ ਮਾਂ ਦੇ ਆਖੇ ਤੇ ਕੋਈ ਕੰਮ ਨਹੀਂ ਕੀਤਾ, ਬਾਪ ਦੇ ਆਖੇ ਤੇ ਕੋਈ ਕੰਮ ਨਹੀਂ ਕੀਤਾ, ਨਾ ਖੇਤੀ ਨਾ ਕੁਝ ਹੋਰ। ਜਦ ਭੈਣ ਦੇ ਘਰ ਚਲੇ ਗਏ, ਜਦੋਂ ਭੈਣ ਦੇ ਘਰ ਗਏ, ਸਵੇਰ ਨੂੰ ਲੋਧੀ ਦੇ ਮੋਦੀ ਖਾਨੇ ਨੌਕਰ ਲੱਗ ਗਏ। ਬੋਲੋ ਸਤਿਨਾਮ। ਲੋਧੀ ਦੇ ਮੋਦੀ ਖਾਨੇ ਨੌਕਰ ਲੱਗ ਗਏ। ਇਹਦਾ ਕਾਰਨ ਕੀ ਸੀ? ਇੱਕੋ ਕਾਰਨ ਇਹਦਾ ਲੱਭਣ ਨੂੰ ਮਿਲਦਾ, ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ, ਧੀ ਦੇ ਘਰ ਦਾ ਨਹੀਂ ਖਾਈਂਦਾ। ਭੈਣਾਂ ਦੇ ਘਰ ਪਾਣੀ ਨਹੀਂ ਸੀ ਪੀਂਦੇ। ਅੱਗੇ ਬਜ਼ੁਰਗ ਧੀਆਂ ਦੇ ਘਰ ਕਹਿੰਦੇ ਪਾਣੀ ਨਹੀਂ ਸੀ ਪੀਂਦੇ। ਇੱਕ ਕਹਾਵਤ ਸੀ ਇਹ,
ਉਹੀ ਕਾਰਨ ਕਿ ਭੈਣ ਦੇ ਘਰ ਜਾਣਾ, ਬੋਝ ਨਹੀਂ ਬਣਨਾ, ਕਿਰਤ ਕਰਕੇ ਕਮਾਈ ਕਰਕੇ ਆਪਣਾ ਖਾਣਾ। ਰਹੋ ਵਿਚਾਰ, ਮੈਂ ਗੱਲ ਨਾਮ ਤੇ ਲੈ ਕੇ ਆਉਣੀ ਆ। ਨਾਮ ਤੇ ਗੁਰਬਾਣੀ ਕਹਿੰਦੀ ਹੈ ਸਾਨੂੰ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੋਂਦਿਆਂ ਗੁਰ ਬਿਨ ਘੋਰ ਅੰਧਾਰ। ਇੰਨਾ ਚਾਨਣ ਹੋਵੇ, ਮਹਾਰਾਜ ਜੀ ਕਹਿੰਦੇ ਜੇ ਗੁਰੂ ਧਾਰਨ ਨਹੀਂ ਕੀਤਾ ਘੋਰ ਅੰਧਾਰ ਹੈ। ਬੋਲੋ ਸਤਨਾਮ ਵਾਹਿਗੁਰੂ। ਗੁਰੂ ਨਾਨਕ ਮਹਾਰਾਜ ਜੀ ਨੇ ਬਈ ਨਦੀ ਚੁੱਭਾ ਮਾਰਿਆ, ਬਈ ਨਦੀ ਚੁੱਭਾ ਮਾਰਿਆ, ਨਿਰੰਕਾਰ ਦੇ ਦੇਸ਼ ਵਿੱਚ ਗਏ। ਨਿਰੰਕਾਰ ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਕਿਹਨੂੰ ਕਹਿੰਦੇ ਨੇ? ਜਿੱਥੇ ਕੇਵਲ ਤੇ ਕੇਵਲ ਸੱਚ ਹੈ। ਚੰਦ ਨੂੰ, ਸੂਰਜ ਨੂੰ, ਧਰਤੀ ਨੂੰ, ਹਵਾ ਨੂੰ, ਪਾਣੀ ਨੂੰ, ਇਹ ਬਨਸਪਤੀ ਨੂੰ, ਇਹ ਸਭ ਕੁਝ ਨੂੰ ਕੋਡ ਦੱਸਿਆ ਗੁਰਬਾਣੀ ਨੇ। ਜਿੱਥੇ ਆਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਹੋਏ ਦਾਈ ਦਾਇਆ ਖੇਲੈ ਸਗਲ ਜਗਤ। ਨਾਲ ਨਾਲ ਸਭ ਕੁਝ ਕੂੜ ਵੀ ਦੱਸਿਆ, ਸਭ ਕੁਝ ਝੂਠ ਹੈ ਕਹਿੰਦੇ। ਸੋ ਪਰਮੇਸ਼ਰ ਸੱਚਖੰਡ ਚਲੇ ਗਏ, ਨਿਰੰਕਾਰ ਕੋਲ ਚਲੇ ਗਏ, ਨਿਰੰਕਾਰ ਦੇ ਦੇਸ਼ ਗਏ। ਬਈ ਨਦੀ ਚੁੱਭਾ ਮਾਰਿਆ, ਪੰਜਾਂ ਤੱਤਾਂ ਨੂੰ ਪੰਜਾਂ ਤੱਤਾਂ ਵਿੱਚ ਮਿਲਾ ਦਿੱਤਾ। ਕਈ ਇਸ ਨੂੰ ਨਹੀਂ ਮੰਨਦੇ। ਪਰਮਾਤਮਾ ਨੂੰ, ਨਿਰੰਕਾਰ ਸਰੂਪ ਨੂੰ ਨਮਸਕਾਰ ਕੀਤੀ। ਨਿਰੰਕਾਰ ਸਰੂਪ ਇਤਿਹਾਸ ਦੇ ਕਥਨ ਅਨੁਸਾਰ ਨਿਰੰਕਾਰ ਜੀ ਨੇ ਗੁਰੂ ਨਾਨਕ ਜੀ ਦਾ ਆਦਰ ਸਤਿਕਾਰ ਕੀਤਾ। ਉਹ ਗੁਰੂ ਨਾਨਕ, ਜਿਸ ਕਾਰਜ ਵਾਸਤੇ ਸਾਨੂੰ ਸੰਸਾਰ ਤੇ ਭੇਜਿਆ ਸੀ, ਜਿਸ ਕੰਮ ਨੂੰ ਲੈ ਕੇ ਤੁਸੀਂ ਸੰਸਾਰ ਤੇ ਆਏ ਸੀ, ਉਹ ਕੰਮ ਨਹੀਂ ਰੰਭਿਆ। ਉਹ ਕੰਮ ਵਿਚਾਲੇ ਪਿਆ। ਕੀ ਗੱਲ? ਗੁਰੂ ਨਾਨਕ ਮਹਾਰਾਜ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡੀ ਮਰਜ਼ਾਦਾ ਬਣਾਈ ਹੋਈ ਹੈ। ਸੰਸਾਰ ਤੇ ਜਿਹੜਾ ਕੋਈ ਗੁਰੂ ਧਾਰਨ ਕਰੂਗਾ ਉਹ ਨਾਮ ਜਪ ਤੇ ਜਪਾ ਸਕਦਾ। ਜਿਹਨੇ ਗੁਰੂ ਧਾਰਨ ਨਹੀਂ ਕੀਤਾ, ਉਹਦਾ ਨਾਮ ਜਪਿਆ ਤੇ ਉਹਦਾ ਨਾਮ ਜਪਾਇਆ, ਇਹਦਾ ਕੋਈ ਵੱਡਾ ਫਲ ਨਹੀਂ। ਜਿਹੜਾ ਨਾਮ ਗੁਰੂ ਧਾਰਨ ਕਰੇ ਬਿਨਾ ਕੋਈ ਜਪਦਾ, ਗੁਰੂ ਧਾਰਨ ਕਰੇ ਬਿਨਾ ਕੋਈ ਜਪਾਉਂਦਾ, ਉਹਦਾ ਕੋਈ ਵੱਡਾ ਫਲ ਨਹੀਂ ਹੈ। ਗੁਰਬਾਣੀ ਦਾ ਕਥਨ ਹੈ, ਮਨ ਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨ ਹੋਈ ਰਾਮ। ਮਨਮੁਖ ਕਿਹਨੂੰ ਕਹਿੰਦੇ ਨੇ? ਜਿਹਨੇ ਗੁਰੂ ਨੂੰ ਧਾਰਨ ਨਹੀਂ ਕੀਤਾ। ਗੁਰੂ ਧਾਰਨ ਨਹੀਂ ਕੀਤਾ ਤਾਂ ਮਨਮੁਖ ਹੈ। ਮਨਮੁਖ ਭਗਤ ਕਰੇ, ਮਨਮੁਖ ਭਗਤ, ਜਿਹੜੀ ਮਨਮੁਖਤਾ ਦੇ ਨਾਲ ਭਗਤੀ ਹੈ, ਮਹਾਰਾਜ ਜੀ ਕਹਿੰਦੇ ਉਹ ਦਰ ਤੇ ਪ੍ਰਵਾਨ ਨਹੀਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਸ ਕਰਕੇ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ, ਮੈਂ ਸੰਸਾਰ ਤੇ ਨਿਗਾਹ ਮਾਰੀ, ਬਾਬਾ ਦੇਖ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸ ਆਈ। ਮੈਨੂੰ ਕੋਈ ਸੰਸਾਰ ਤੇ ਪੂਰਨ ਪੁਰਖ ਨਹੀਂ ਲੱਭਾ। ਬੋਲੋ ਸਤਨਾਮ ਵਾਹਿਗੁਰੂ। ਹੁਣ ਪੂਰਨ ਪੁਰਖ ਸਾਧ ਸੰਗਤ ਜੀ, ਗੁਰੂ ਨਾਨਕ ਮਹਾਰਾਜ ਜੀ ਨਿਰੰਕਾਰ ਸਰੂਪ ਸੀ। ਗੁਰੂ ਨਾਨਕ ਤੋਂ ਕੋਈ ਵੱਡਾ ਹੁੰਦਾ, ਗੁਰੂ ਤੋਂ ਕੋਈ ਵੱਡਾ ਹੁੰਦਾ ਕੋਈ, ਤਾਂ ਉਹ ਗੁਰੂ ਨਾਨਕ ਜੀ ਦਾ ਗੁਰੂ ਬਣਦਾ। ਜਿਹੜਾ ਕੋਈ ਬੜਾ ਹੁੰਦਾ ਹੈ, ਜੇ ਕੋਈ ਡਰਾਈਵਰੀ ਵਧੀਆ ਸਿੱਖਿਆ ਹੋਇਆ ਉਹੀ ਕਿਸੇ ਨੂੰ ਡਰਾਈਵਰੀ ਸਿਖਾ ਸਕਦਾ, ਉਹੀ ਜੇ ਕੋਈ ਮਾਸਟਰ ਪੜ੍ਹਿਆ ਹੋਇਆ, ਵਿਦਿਆ ਪੜ੍ਹਿਆ ਹੋਇਆ, ਕੋਈ ਫਾਰਸੀ, ਕੋਈ ਉਰਦੂ, ਕੋਈ ਇੰਗਲਿਸ਼ ਆਪ ਸਿੱਖਿਆ ਹੋਇਆ, ਤਾਂ ਦੂਜਿਆਂ ਨੂੰ ਉਹੀ ਸਿਖਾ ਸਕਦਾ। ਜੇ ਕੋਈ ਗੁਰੂ ਨਾਨਕ ਨਾਲੋਂ ਵੱਡਾ ਹੁੰਦਾ ਤਾਂ ਹੀ ਕੋਈ ਵੱਧ ਗੁਣ ਦੇ ਸਕਦਾ, ਪਰ ਗੁਰੂ ਨਾਨਕ ਨਾਲੋਂ ਸੰਸਾਰ ਤੇ ਕੋਈ ਵੱਡਾ ਨਹੀਂ ਸੀ। ਬੋਲੋ ਸਤਨਾਮ ਵਾਹਿਗੁਰੂ।
ਤਾਈ ਬਾਣੀ ਚ ਲਿਖੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਾਰਿਆਂ ਤੋਂ ਵੱਡਾ ਗੁਰੂ ਨਾਨਕ ਹੈ। ਪਰ ਗੁਰੂ ਨਾਨਕ ਇੱਕ ਸਰੀਰ ਧਾਰ ਕੇ ਆਏ ਨੇ, ਹੈ ਸ਼ਬਦ ਸਰੂਪ, ਪਰ ਮਰਜ਼ਾਦਾ ਸੰਸਾਰ ਦੀ ਕਾਇਮ ਰੱਖੀ, ਸੰਸਾਰ ਨੂੰ ਸੇਧ ਦੇਣੀ ਆ, ਸਰੀਰ ਧਾਰ ਕੇ ਆਏ ਨੇ। ਸਰੀਰ ਨੂੰ ਗੁਰੂ ਦੀ ਲੋੜ ਹੈ ਤੇ ਆਖਿਆ ਸੱਚੇ ਪਾਤਸ਼ਾਹ ਮੈਨੂੰ ਪੂਰਨ ਗੁਰੂ ਦੀ ਪ੍ਰਾਪਤੀ ਨਹੀਂ, ਸੰਸਾਰ ਤੇ ਕੋਈ ਪੂਰਨ ਗੁਰੂ ਨਹੀਂ, ਇਸ ਕਰਕੇ ਤੁਹਾਡੇ ਚਰਨਾਂ 'ਚ ਆਇਆ, ਮੈਨੂੰ ਤੁਸੀਂ ਆਪ ਗੁਰ ਦੀਖਿਆ ਦੇਵੋ। ਜਿਸ ਗੁਰ ਦੀਖਿਆ ਤੋਂ ਮੈਂ ਅੱਗੇ ਨਾਮ ਬਾਣੀ ਤੇ ਸਿਮਰਨ ਸੰਸਾਰ ਨੂੰ ਸਤਨਾਮ ਦਾ ਨਾਮ ਦੇ ਕੇ ਅੱਗੇ ਤੋਰ ਸਕਾਂ। ਸਾਧ ਸੰਗਤ ਜੀ, ਉਥੋਂ ਦੁਨੀਆ ਦੇ ਉੱਪਰ ਤੁਸੀਂ ਕਿੰਨੇ ਵੀ ਸਾਰੇ ਸਤਿਕਾਰਯੋਗ ਨੇ, ਔਲੀਏ ਪੀਰ ਅਵਤਾਰ ਰਿਸ਼ੀ ਮੁਨੀ, ਕੋਈ ਸਾਧ ਸੰਗਤ ਜੀ ਕਿਸੇ ਨੂੰ ਨਿੰਦਣਾ ਇਹ ਮਾੜੀ ਗੱਲ ਹੈ। ਆਪਣੀ ਆਪਣੀ ਜਗ੍ਹਾ ਸਾਰੇ ਚੰਗੇ ਨੇ। 8ਵੀਂ ਕਲਾਸ 'ਚ ਪੜ੍ਹਨ ਵਾਲੇ ਬੱਚੇ ਨੂੰ 10ਵੀਂ ਕਲਾਸ ਵਾਲਾ ਨਿੰਦੇ, ਉਹ ਮਾੜੀ ਗੱਲ ਹੈ। 8ਵੀਂ ਕਲਾਸ 'ਚ ਪੜ੍ਹਨ ਵਾਲਾ ਬੱਚਾ ਆਪਣੀ ਜਗ੍ਹਾ ਠੀਕ ਹੈ। 10ਵੀਂ ਕਲਾਸ ਵਾਲਾ ਬੱਚਾ ਪੜ੍ਹ ਰਿਹਾ ਹੈ, ਐਗਜ਼ਾਮ ਦੇ ਰਿਹਾ, ਉਹ ਆਪਣੀ ਜਗ੍ਹਾ ਠੀਕ ਹੈ। +2 ਵਾਲਾ ਆਪਣੀ ਜਗ੍ਹਾ ਠੀਕ ਹੈ। PhD ਵਾਲਾ ਜੇ ਕਹੇ 5ਵੀਂ ਵਾਲਾ ਬੱਚਾ ਕੋਈ ਕੀ ਹੁੰਦੇ ਨੇ, ਇਹ ਪੜ੍ਹਾਈ ਕੀ ਹੁੰਦੀ ਹੈ, ਤਾਂ ਉਹਦੇ ਲਈ ਗਲਤ ਹੈ। ਗੁਰੂ ਨਾਨਕ ਜੀ ਨੇ ਕਿਸੇ ਧਰਮ ਦੀ ਨਿੰਦਿਆ ਨਹੀਂ ਕੀਤੀ। ਜਿਹੜੇ ਕੋਈ ਪਖੰਡੀ ਸੀ, ਅਧੂਰੇ ਸੀ, ਜਾਂ ਕਿਤੇ ਕੋਈ ਮਾੜੀ ਮੋਟੀ ਅਟਕਾਰ ਸੀ, ਜਾਂ ਲੋਭ ਸੀ, ਲਾਲਚ ਸੀ, ਉਹਨਾਂ ਨੂੰ ਜਾ ਕੇ ਸਿੱਧੇ ਰਸਤੇ ਪਾਇਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਈ ਕਹਿੰਦੇ ਨੇ ਗੁਰੂ ਨਾਨਕ ਤਰਕਵਾਦੀ ਸੀ। ਗੁਰੂ ਨਾਨਕ ਜੀ ਤਰਕਵਾਦੀ ਨਹੀਂ ਸੀ, ਗੁਰੂ ਨਾਨਕ ਜੀ ਗਿਆਨਵਾਦੀ ਸਨ। ਤਰਕ ਤਾਂ ਉਹਨੂੰ ਕਹਿੰਦੇ ਨੇ ਕੋਈ ਬੱਸ ਜਾ ਰਹੀ ਹੈ ਤੇ ਉਹਨੂੰ ਆਖੇ ਵੀ ਇਹ ਤੇਰੀ ਬੱਸ ਕਿੱਧਰ ਜਾ ਰਹੀ ਹੈ, ਕਿੱਥੇ ਜਾ ਰਹੀ ਹੈ, ਕਿਉਂ ਜਾ ਰਹੀ ਹੈ, ਕੀ ਕੰਮ ਹੈ, ਕਾਹਤੋਂ ਹੈ, ਇਹ ਇਦਾਂ ਦੀ ਤਰਕਾਂ ਹੁੰਦੀਆਂ ਨੇ। ਗੁਰੂ ਨਾਨਕ ਜੀ ਗਿਆਨ ਦਿੰਦੇ ਸੀ। ਤਰਕ ਕਰਨਾ ਅਧੂਰਿਆਂ ਦਾ ਕੰਮ ਹੁੰਦਾ ਹੈ। ਕਿਸੇ ਰੁਕੇ ਹੋਏ ਨੂੰ, ਕਿਸੇ ਅੜੇ ਹੋਏ ਕੰਮ ਨੂੰ ਪੂਰਾ ਕਰ ਦੇਣਾ, ਇਹ ਪੂਰਿਆਂ ਦਾ ਕੰਮ ਹੁੰਦਾ ਹੈ। ਗੁਰੂ ਨਾਨਕ ਜੀ ਨੇ ਕਿਹਾ ਸੋਚੇ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੇ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ। ਗੁਰੂ ਨਾਨਕ ਜੀ ਨੇ ਸਾਰੀਆਂ ਗੱਲਾਂ ਦਾ ਫਿਰ ਗਿਆਨ ਦਿੱਤਾ। ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਤਰਕ ਨਹੀਂ ਕੀਤੀ, ਗਿਆਨ ਦਿੱਤਾ। ਸੋ ਗੁਰੂ ਨਾਨਕ ਜੀ ਨੂੰ, ਸੱਚੇ ਪਾਤਸ਼ਾਹ ਜੀ ਨੂੰ, ਕਿਸੇ ਵੀ ਸਾਧ ਸੰਗਤ ਜੀ ਐਸੇ ਔਲੀਏ ਫਕੀਰ ਦੁਨੀਆ ਤੇ ਐਸਾ ਕੋਈ ਪੈਗੰਬਰ ਨਹੀਂ ਹੋਇਆ ਜਿਹਨੇ ਰੱਬ ਨੂੰ, ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ ਗੁਰੂ ਧਾਰਿਆ ਹੋਵੇ। ਉਹ ਇੱਕੋ ਇੱਕ ਹੈ, ਇੱਕੋ ਇੱਕ ਸੰਸਾਰ ਤੇ ਅਗੰਮੀ ਰੂਹ ਗੁਰੂ ਨਾਨਕ ਮਹਾਰਾਜ ਜੀ ਨੇ। ਬੋਲੋ ਸਤਨਾਮ ਵਾਹਿਗੁਰੂ। ਗੁਰੂ ਨਾਨਕ ਮਹਾਰਾਜ ਜੀ ਨੇ ਅਕਾਲ ਪੁਰਖ ਨੂੰ ਗੁਰੂ ਧਾਰਿਆ, ਔਰ ਅਕਾਲ ਪੁਰਖ ਨੇ ਸਾਧ ਸੰਗਤ ਜੀ ਬਖਸ਼ਿਸ਼ ਕੀਤੀ। ਕਿਹਾ ਫਿਰ ਲਓ ਭਾਈ, ਤੁਹਾਨੂੰ ਗੁਰੂ ਦੀਖਿਆ ਦਿੰਨਿਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਾਧ ਸੰਗਤ ਜੀ ਇੱਥੇ ਤੱਕ ਅਕਾਲ ਪੁਰਖ ਦੀ ਬਾਣੀ ਹੈ, ਜਿਹਨੂੰ ਰੱਬੀ ਬਾਣੀ ਕਹਿੰਦੇ ਆ, ਧੁਰਕੀ ਬਾਣੀ ਕਹਿੰਦੇ ਆ। ਇਦੋਂ ਬਾਅਦ ਗੁਰੂ ਨਾਨਕ ਜੀ ਨੇ ਆਖਿਆ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਦੋਂ ਗੁਰੂ ਪ੍ਰਸਾਦ ਤੇ ਏਕਾ ਲੱਗਿਆ ਹੋਇਆ, ਅੱਗੇ ਜਾ ਕੇ ਨਾਨਕ ਹੋਸੀ ਭੀ ਸੱਚ ਤੇ ਏਕਾ ਲੱਗਿਆ ਹੋਇਆ। ਦੋ ਏਕੇ ਲਾਏ ਨੇ ਗੁਰੂ ਨਾਨਕ ਜੀ ਨੇ, ਉੱਥੇ ਏਕਾ ਲਾਇਆ। ਇੱਥੇ ਤੱਕ ਅਕਾਲ ਪੁਰਖ ਦਾ ਸ਼ਬਦ ਹੈ। ਅੱਗੇ ਪੌੜੀ ਪੂਰੀ ਕੀਤੀ, ਕਿਉਂਕਿ ਬਾਣੀ ਦੇ ਵਿੱਚ ਜਿੰਨੀ ਤੁਸੀਂ ਗੁਰੂ ਨਾਨਕ ਦੀ ਬਾਣੀ, ਗੁਰੂਆਂ ਦੀ ਬਾਣੀ ਪੜ੍ਹੋਗੇ, ਸੇ ਗੁਰੂਆਂ ਦੀ ਬਾਣੀ, ਉਹਦੇ ਵਿੱਚ ਗੁਰੂ ਨਾਨਕ ਦਾ ਨਾਮ ਆਉਂਦਾ ਹੈ।
ਜੇ ਮੂਲ ਮੰਤਰ ਵਿੱਚੋਂ ਅਸੀਂ ਕੁਝ ਸ਼ਬਦ ਹਟਾ ਦਈਏ, ਗੁਰਪ੍ਰਸਾਦ ਤੱਕ ਜਪੀਏ, ਤਾਂ ਗੁਰੂ ਨਾਨਕ ਦਾ ਸ਼ਬਦ ਨਹੀਂ ਆਉਂਦਾ। ਗੁਰੂ ਨਾਨਕ ਦੇ ਨਾਂ ਬਿਨਾਂ ਗੁਰਬਾਣੀ ਵਿੱਚ ਕੋਈ ਵੀ ਸ਼ਬਦ ਪੂਰਾ ਨਹੀਂ ਹੁੰਦਾ। ਇੱਕ ਪੰਗਤੀ ਕੱਢ ਦਿਓ ਗੁਰੂ ਨਾਨਕ ਵਾਲੀ ਪਿੱਛੋਂ, ਸਾਧ ਸੰਗਤ ਜੀ ਕੋਈ ਸ਼ਬਦ ਪੂਰਾ ਕਰਕੇ ਦਿਖਾ ਦਿਓ। ਕੋਈ ਵਿਦਵਾਨ, ਕੋਈ ਕਿਸੇ ਕਿਸਮ ਦਾ ਵੀ ਕੋਈ ਹੋਵੇ ਦੁਨੀਆ ਤੇ ਬੰਦਾ ਕੋਈ, ਕਿ ਗੁਰੂ ਨਾਨਕ ਦਾ ਸ਼ਬਦ ਵਿੱਚੋਂ ਕੱਢ ਦਿਓ ਤੁਸੀਂ ਤੇ ਉਹਨੂੰ ਕਹੋ ਵੀ ਸ਼ਬਦ ਪੂਰਾ ਹੋ ਜੂ। ਹੁਣ ਦੋ ਏਕੇ ਲਾਏ ਨੇ, ਦੋ ਏਕਿਆਂ ਦਾ ਮਤਲਬ ਕੀ ਹੈ? ਉੱਥੇ ਤੱਕ ਮਤਲਬ ਹੈ ਇਹ ਜਿਹੜਾ ਗੁਰਪ੍ਰਸਾਦ ਤੱਕ, ਇਹ ਗੁਰੂ ਨਾਨਕ ਜੀ ਨੂੰ ਗੁਰੂ ਨਾਨਕ ਨਿਰੰਕਾਰ ਤੋਂ ਮਿਲੇ ਆ। ਅੱਗੇ ਇਸੇ ਦੀ ਸੋਭਾ ਅੱਗੇ ਗੁਰੂ ਨਾਨਕ ਜੀ ਨੇ ਵਡਿਆਈ ਕੀਤੀ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅੱਗੇ ਨਵੀ ਉਹ ਸੱਚ ਹੈ, ਪਰਮਾਤਮਾ ਸੱਚ ਹੈ। ਜੁਗਾਦ ਵੀ ਜੁਗਾਂ ਵਿੱਚ ਵੀ ਸੱਚ ਹੈ, ਹੁਣ ਵੀ ਸੱਚ ਹੈ। ਉਹ ਪਰਮਾਤਮਾ ਦੀ ਸਿਫਤ ਕੀਤੀ ਹੈ। ਤੇ ਪੌੜੀ ਤੇ ਫਿਰ ਇਹ ਗੱਲ ਲੱਗਿਆ ਜਾ ਕੇ, ਗੁਰੂ ਨਾਨਕ ਨੂੰ ਮੇਰੇ ਕਹਿਣ ਦਾ ਭਾਵ ਹੈ, ਸਾਧ ਸੰਗਤ ਜੀ ਆਪਾਂ ਸਮਾਗਮ ਕਰਾਉਂਦੇ ਹਾਂ, ਬਾਬਾ ਜੀ ਨੇ ਸਮਾਗਮ ਕਰਾਇਆ। ਸਮਾਗਮਾਂ ਦਾ ਮਤਲਬ ਹੁੰਦਾ ਹੈ ਗੁਰਮਤਿ ਦੀ ਸਮਝ ਪੈ ਜਾਵੇ। ਸਤ ਸੰਗਤ ਦਾ ਮਤਲਬ ਹੁੰਦਾ ਗੁਰਮਤਿ ਦੀ ਸਮਝ ਪੈ ਜਾਵੇ, ਸਾਨੂੰ ਗੁਰਬਾਣੀ ਦਾ ਗਿਆਨ ਆ ਜਾਵੇ। ਇੱਥੇ ਸਾਧ ਸੰਗਤ ਜੀ ਮੁੱਢ ਤੋਂ ਸਾਨੂੰ ਸਮਝ ਲੈਣੀ ਪੈਣੀ ਹੈ ਕਿ ਇੱਕ ਓਂਕਾਰ ਤੋਂ ਸ਼ੁਰੂ ਕੀ ਹੁੰਦਾ ਹੈ। ਇੱਕ ਓਂਕਾਰ ਸੰਸਾਰ ਤੇ ਆਇਆ ਕਿਉਂ? ਗੁਰੂ ਨਾਨਕ ਜੀ ਸੰਸਾਰ ਤੇ ਆਏ ਕਿਉਂ? ਆ ਕੇ ਕੀ ਕੀਤਾ? ਗੁਰੂ ਨਾਨਕ ਜੀ ਨੇ ਸੰਸਾਰ ਤੇ ਆਏ, ਗੁਰ ਦੀਖਿਆ ਪਰਮਾਤਮਾ ਤੋਂ ਲਈ ਤੇ ਅੱਗੇ ਗੁਰ ਦੀਖਿਆ ਦੇ ਕੇ ਸਾਧ ਸੰਗਤ ਜੀ ਲੈਣੇ ਨੂੰ ਗੁਰ ਅੰਗਦ ਬਣਾਇਆ। ਬੋਲੋ ਸਤਨਾਮ। ਗੁਰ ਦੀਖਿਆ ਦੇ ਕੇ ਸੰਗਤਾਂ ਨੂੰ ਸਤਨਾਮ ਦਾ ਚੱਕਰ ਲਾ ਕੇ ਸਾਰੇ ਸੰਸਾਰ ਨੂੰ ਸਤਨਾਮ ਦਾ ਨਾਮ ਦਿੱਤਾ। ਕੌਡੇ ਰਾਖਸ਼ ਵਰਗਿਆਂ ਨੂੰ, ਸੱਜਣ ਠੱਗ ਵਰਗਿਆਂ ਨੂੰ ਕਿੰਨਾ ਸਿੱਧੇ ਰਸਤੇ ਪਾਇਆ। ਜਿਹੜੇ ਬੜੇ ਬੜੇ ਸਾਧ ਸੰਗਤ ਜੀ ਬੰਦਿਆਂ ਨੂੰ ਤਲ ਤਲ ਕੇ ਖਾਣ ਵਾਲੇ ਸੀ, ਉਹਨਾਂ ਨੂੰ ਸਾਧ ਬਣਾਤਾ। ਬੋਲੋ ਸਤਨਾਮ। ਆਓ ਸਮਾਂ ਵੀ ਨੇੜੇ ਲੱਗ ਗਿਆ। ਸ੍ਰੀ ਚੰਦ ਜੀ ਮਹਾਰਾਜ ਤੇ ਲక్ష్ਮੀ ਦਾਸ ਜੀ ਮਹਾਰਾਜ ਦੋ ਸਪੁੱਤਰ ਸਨ ਗੁਰੂ ਨਾਨਕ ਮਹਾਰਾਜ ਜੀ ਦੇ। ਦੋ ਸਪੁੱਤਰ ਸੀ ਜੋ ਬਹੁਤ ਲੰਬਾ ਸਮਾਂ ਬੇਬੇ ਨਾਨਕੀ ਨੇ ਆਪਣੀ ਕਰ ਕਮਲਾਂ ਦੇ ਨਾਲ ਉਹਨਾਂ ਨੂੰ ਵੱਡੇ ਕੀਤਾ, ਪਾਲਿਆ, ਅਪਨਾਸਿਆ, ਖਿਡਾਇਆ ਬੇਬੇ ਨਾਨਕੀ ਜੀ ਨੇ। ਸੋ ਸਾਧ ਸੰਗਤ ਜੀ ਗੁਰ ਦੀਖਿਆ ਗੁਰੂ ਨਾਨਕ ਜੀ ਨੇ ਲਈ, ਅੱਗੇ ਗੁਰ ਦੀਖਿਆ ਲਹਿਣਾ ਲੈ ਗਿਆ। ਜਿਹੜੀ ਗੁਰਤਾ ਗੱਦੀ ਦੀ ਬਖਸ਼ਿਸ਼ ਸੀ ਉਹ ਲਹਿਣਾ ਜੀ ਲੈ ਗਏ। ਇਹ ਸਾਧ ਸੰਗਤ ਜੀ ਜੋਤ ਉਹਾਂ ਜੁਗਤ ਸਾਈਂ ਸਹਿ ਕਾਇਆ, ਫੇਰ ਪਲਟੀਐ ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਸ ਕੰਮ ਨਾ ਆਵੇ। ਬਾਣੀ 'ਚ ਬੜੇ ਕਥਨ ਆਉਂਦੇ ਨੇ, ਭਾਈ ਗੁਰਦਾਸ ਜੀ ਨੇ ਵੀ ਕਥਨ ਕੀਤੇ ਨੇ। ਇਹ 10 ਗੁਰੂਆਂ ਦੀ ਜੋਤ ਦਾ ਵਿਧੀ ਵਿਧਾਨ ਬਣਿਆ ਹੋਇਆ ਸੀ। ਅਮਰਦਾਸ ਮਹਾਰਾਜ ਜੀ ਦਾ ਜੋ ਵਿਧੀ ਵਿਧਾਨ ਸੀ ਉਹ ਬਣਿਆ ਹੋਇਆ ਸੀ। ਗੁਰੂ ਅਮਰਦਾਸ ਮਹਾਰਾਜ, ਰਾਮਦਾਸ ਮਹਾਰਾਜ ਦਾ ਵਿਧੀ ਵਿਧਾਨ ਜੋ ਬਣਿਆ ਹੋਇਆ ਸੀ। ਸੋ ਕਈ ਇੱਥੇ ਤਰਕ ਕਰਦੇ ਨੇ ਵੀ ਸ੍ਰੀ ਚੰਦ ਜੀ, ਲక్ష్ਮੀ ਦਾਸ ਜੀ, ਸ੍ਰੀ ਚੰਦ ਜੀ ਗੱਦੀ ਲੈ ਨਹੀਂ ਸਕੇ, ਗੱਦੀ ਦੇ ਵਾਰਸ ਨਹੀਂ ਬਣ ਸਕੇ। ਜੇ ਗੁਰੂ ਨਾਨਕ ਮਹਾਰਾਜ ਜੀ ਕੌਡੇ ਰਾਖਸ਼ ਨੂੰ ਸਿੱਧੇ ਰਸਤੇ ਪਾ ਸਕਦੇ ਆ ਕਿ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਫਿਰ ਕੋਈ ਉਹਨਾਂ 'ਚ ਕੋਈ ਕਮੀ ਸੀ, ਕੋਈ ਘਾਟ ਸੀ ਉਹਨਾਂ 'ਚ, ਕੋਈ ਕਿ ਉਹਨਾਂ 'ਚ ਕੋਈ ਸਰਵਗਤਾ ਨਹੀਂ ਸੀ, ਕਿ ਉਹ ਪੂਰਨ ਨਹੀਂ ਸੀ? ਨਹੀਂ। ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ, ਗੁਰਬਾਣੀ ਦਾ ਫਰਮਾਨ ਹੈ, ਇੱਕ ਨਾਨੋ ਤੂੰ ਮੇਲ ਲੈ, ਇੱਕ ਆਪੋਂ ਤੁਧ ਖੁਆਇਆ, ਜਿਤ ਜਿਤ ਲਾਭ ਹੈ ਤਿਤ ਤਿਤ ਲੱਗਣਾ। ਇਹ ਉਹ ਪਰਮੇਸ਼ਰ ਦੀ ਮੌਜ ਹੈ, ਪਰਮਾਤਮਾ ਦੀ ਮੌਜ ਹੈ। ਜੇ ਚਾਹੁੰਦੇ ਮਹਾਰਾਜ ਜੀ ਸ੍ਰੀ ਚੰਦ ਜੀ ਨੂੰ ਆਪਣੇ ਗੱਦੀ ਦਾ ਵਾਰਸ ਬਣਾ ਦਿੰਦੇ, ਪਰ ਇੱਥੇ ਸਭ ਤੋਂ ਵੱਡੀ ਇੱਕ ਘਾਟ ਘੜੀ ਹੈ, ਸਭ ਤੋਂ ਵੱਡੀ ਇੱਕ ਚਾਲੀ ਚਲਾਈ ਹੈ ਕਿ ਜਿਹੜੇ ਗੁਰੂ ਨਾਨਕ ਦੇ ਘਰ ਦੀ ਗੱਦੀ ਹੈ, ਇਹਦੇ ਉੱਪਰ ਸੇਵਾਦਾਰ ਦਾ ਹੱਕ ਹੈ। ਬੋਲੋ ਸਤਨਾਮ ਵਾਹਿਗੁਰੂ। ਸੇਵਾਦਾਰ ਦਾ ਹੱਕ ਹੈ। ਜੇ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਅੰਗਦ ਦੇ ਮਹਿਰ ਮਹਾਰਾਜ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਜੇ ਮੈਨੂੰ ਪਤਾ ਹੁੰਦਾ ਮੈਂ ਘੋੜੇ ਤੇ ਕਾਹਨੂੰ ਚੜ੍ਹਦਾ।
ਉਦੋਂ ਤਾਂ ਗੁਰੂ ਬਣੇ ਨਹੀਂ ਸੀ। ਆਖਿਆ ਨਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਲਹਿਣੇ ਦੇ ਰੂਪ ਚ ਆਏ ਸੀ ਗੁਰੂ ਨਾਨਕ ਜੀ ਨੂੰ ਮਿਲਣ। ਕਹਿੰਦੇ ਜੇ ਮੈਨੂੰ ਪਤਾ ਹੁੰਦਾ ਵੀ ਇਹੀ ਗੁਰੂ ਨਾਨਕ ਹੈ ਜਿਹੜਾ ਮੈਨੂੰ ਲਿਜਾ ਰਿਹਾ ਘਰ, ਮੈਂ ਘੋੜੇ ਤੇ ਚੜ੍ਹਿਆ ਤੇ ਗੁਰੂ ਨਾਨਕ ਤੁਰਿਆ ਜਾ ਰਿਹਾ ਹੈ। ਜਦੋਂ ਘਰ ਜਾ ਕੇ ਪਤਾ ਲੱਗਿਆ ਵੀ ਇਹੀ ਗੁਰੂ ਨਾਨਕ ਨੇ, ਇਹੀ ਰੱਬ ਨੇ, ਲੰਬਾ ਪੈ ਗਿਆ, ਚਰਨਾਂ 'ਚ ਰੋਣ ਲੱਗ ਗਿਆ। ਮਹਾਰਾਜ ਜੀ ਜੇ ਮੈਨੂੰ ਪਤਾ ਹੁੰਦਾ ਕਿ ਤੁਸੀਂ ਹੋ ਤੇ ਮੈਂ ਘੋੜੇ ਤੇ ਥੋੜੀ ਚੜ੍ਹਨਾ ਸੀ, ਮੈਂ ਤੁਹਾਨੂੰ ਬਿਠਾਉਣਾ ਸੀ। ਗੁਰੂ ਨਾਨਕ ਮਹਾਰਾਜ ਜੀ ਕਹਿਣ ਲੱਗੇ ਉਹ ਲੈਣ ਵਾਲੇ ਘੋੜਿਆਂ ਤੇ ਚੜ੍ਹ ਕੇ ਹੀ ਆਉਂਦੇ ਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਲਿਖਿਆ ਹੋਇਆ ਸਭ ਕੁਝ ਵਿਧੀ ਵਿਧਾਨ ਬਣਾਇਆ ਹੋਇਆ ਸੀ। ਗੁਰੂ ਨਾਨਕ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਭਾਵੇਂ ਦਰਗਾਹੀ, ਭਾਵੇਂ ਕੋਈ ਆਪਣੀ ਕਲਾ ਵਰਤਾਈ, ਉਹਨਾਂ ਦੇ ਉੱਪਰ ਕੋਈ ਮਾਇਆ ਪਾਈ ਜਾਂ ਉਹਨਾਂ ਨੂੰ ਰਾਹ ਕੋਈ ਹੋਰ ਦੇਣਾ ਸੀ, ਇਸ ਕਰਕੇ ਆਪਣੀ ਗੱਦੀ ਦਾ ਵਾਰਸ ਨਹੀਂ ਬਣਾਇਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਦੂਜਾ ਤੁਸੀਂ ਇਤਿਹਾਸ ਪੜ੍ਹੋ। ਜਿੰਨੇ ਵੀ ਗੁਰੂ ਹੋਏ ਨੇ, 10 ਗੁਰੂ ਹੋਏ ਨੇ, 10 ਗੁਰੂਆਂ ਨੇ ਜਦੋਂ ਵੀ ਕੋਈ ਗੱਦੀ ਦੀ ਰਸਮ ਹੁੰਦੀ ਸੀ ਤਾਂ ਸਾਧ ਸੰਗਤ ਜੀ ਗੁਰੂ ਨਾਨਕ ਮਹਾਰਾਜ ਜੀ ਦੇ ਪਰਿਵਾਰ ਨੂੰ, ਬੇਦੀ ਕੁਲ ਨੂੰ, ਸ੍ਰੀ ਚੰਦ ਜੀ ਮਹਾਰਾਜ ਜੀ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਸੀ। ਫਿਰ ਤੀਜੀ ਗੱਲ ਸਾਧ ਸੰਗਤ ਜੀ, ਜੋ ਵੀ ਰਸਦਾਂ ਹੁੰਦੀਆਂ ਸੀ, ਜੋ ਵੀ ਲੋੜਾਂ ਹੁੰਦੀਆਂ ਸੀ, ਕਿਸੇ ਕਿਸਮ ਦੀ ਵੀ ਆਪਣੇ ਪਰਿਵਾਰ ਨੂੰ, ਇੱਕ ਡੇਰੇ ਨੂੰ, ਇੱਕ ਕਿੰਨੀਆਂ ਲੋੜਾਂ ਹੁੰਦੀਆਂ ਨੇ, ਉਹ ਸਾਰੀਆਂ ਲੋੜਾਂ ਗੁਰੂ ਘਰੋਂ ਪੂਰੀਆਂ ਹੁੰਦੀਆਂ ਸੀ। ਜਿੰਨੀ ਵੀ ਕੋਈ ਰਸਦ ਜਾਂ ਕੋਈ ਪੈਸਾ ਟੁੱਕਰ, ਉਹ ਸਾਧ ਸੰਗਤ ਜੀ ਗੁਰੂ ਸਾਹਿਬਾਨ ਆਪ ਉੱਥੇ ਪਹੁੰਚਾਉਂਦੇ ਰਹੇ ਨੇ ਸ੍ਰੀ ਚੰਦ ਜੀਆਂ ਕੇ ਘਰ। ਸਾਧ ਸੰਗਤ ਜੀ ਅੱਗੇ ਆਈਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਇੱਧਰ ਪਹਾੜਾਂ ਵੱਲ ਗਏ ਨੇ ਤਾਂ ਗੁਰਦਿੱਤਾ ਜੀ ਵੀ ਨਾਲ ਸੀ। ਕਹਿੰਦੇ ਚਲੋ ਸ੍ਰੀ ਚੰਦ ਜੀ ਨੂੰ ਮਿਲ ਆਈਏ। ਸ੍ਰੀ ਚੰਦ ਜੀ ਨੂੰ ਨਮਸਕਾਰ ਕੀਤੀ ਵੱਡਿਆਂ ਜਾਣ ਕੇ, ਕਿਉਂਕਿ ਗੁਰੂ ਨਾਨਕ ਦੇ ਸੁਪੁੱਤਰ ਸੀ ਇਹ। ਸਾਧ ਸੰਗਤ ਜੀ ਸਮਝ ਦੀਆਂ ਗੱਲਾਂ ਹੁੰਦੀਆਂ ਨੇ। ਸ੍ਰੀ ਚੰਦ ਜੀ ਦਾ ਸਤਿਕਾਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਰੱਜ ਕੇ ਕੀਤਾ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕੀਤਾ, ਗੁਰੂ ਹਰਗੋਬਿੰਦ ਨੇ ਇੰਨਾ ਸਤਿਕਾਰ ਕੀਤਾ। ਦੱਸੋ ਤੁਹਾਨੂੰ ਕੀ ਲੋੜ ਹੈ? ਕਹਿੰਦੇ ਤੁਹਾਡੀਆਂ ਦਿੱਤੇ ਗੁਰੂ ਘਰ ਦੇ, ਗੁਰੂ ਨਾਨਕ ਦੇ ਖਜ਼ਾਨਿਆਂ ਨਾਲ ਸਾਡੇ ਖਜ਼ਾਨੇ ਚੱਲਦੇ ਨੇ, ਸਾਡੇ ਘਰ ਚੱਲਦੇ ਨੇ, ਸਾਨੂੰ ਇੱਕ ਲੋੜ ਹੈ। ਕਹਿੰਦੇ ਆ ਗੁਰਦਿੱਤੇ ਨੂੰ ਸਾਨੂੰ ਦੇ ਦਿਓ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੁਪੁੱਤਰ ਸੀ ਗੁਰਦਿੱਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਬਾਬਾ ਜੀ ਇਹ ਸਭ ਤੁਹਾਡੀਆਂ ਨੇ, ਸਭ ਕੁਝ ਤੁਹਾਡਾ, ਲਓ ਤੁਹਾਨੂੰ ਸੰਭਾਇਆ। ਸਾਧ ਸੰਗਤ ਸੇਲੀ ਟੋਪੀ ਕੱਢੀ। ਆ ਕਹਿੰਦੇ ਇੱਕ ਗੁਰੂ ਨਾਨਕ ਦੀ ਨਿਸ਼ਾਨੀ ਸੀ ਸਾਡੇ ਪਿਤਾ ਦੀ। ਕਹਿੰਦੇ ਇਹ ਗੁਰਦਿੱਤਾ ਲੈ ਗਏ, ਤੁਹਾਡੇ ਘਰ ਵੱਲ ਹੀ ਚਲੀ ਗਈ। ਉਸੇ ਟਾਈਮ ਉਹ ਟੋਪੀ ਕੱਢ ਕੇ ਗੁਰਦਿੱਤੇ ਦੇ ਸਿਰ ਤੇ ਰੱਖ ਦਿੱਤੀ। ਇੱਕ ਸਰੋਪਾ ਦੇਣ ਦਾ ਜਿਹੜਾ ਸਤਿਕਾਰ ਹੁੰਦਾ ਨਾ, ਉਹ ਮਾਨ ਵਧਾਇਆ। ਗੁਰਦਿੱਤਾ ਜੀ ਕਿਹਦੇ ਪੁੱਤਰ ਹੋਏ? ਅੱਜ ਸ੍ਰੀ ਚੰਦ ਜੀ ਦੇ ਸੁਪੁੱਤਰ ਬਣ ਗਏ। ਜਿਹਨੂੰ ਕੋਈ ਪੁੱਤਰ ਲੈ ਲੈਂਦਾ, ਕੋਈ ਸੁਪੁੱਤਰ ਬੱਚਾ ਕੋਈ ਲੈਂਦਾ, ਕੋਈ ਅੱਜ ਕੱਲ੍ਹ ਵੀ ਉਹਨੂੰ ਕਚਹਿਰੀ 'ਚ ਲਿਖਾਇਆ ਜਾਂਦਾ, ਉਹਦਾ ਬਾਪ ਤੇ ਉਹਦੀ ਮਾਂ ਦਾ ਨਾਂ ਵੀ ਬਦਲ ਜਾਂਦਾ। ਸਤਿਗੁਰੂ ਜੀ ਨੇ ਤਾਂ ਉੱਥੇ ਕਚਹਿਰੀ, ਤਾਂ ਕਚਹਿਰੀਆਂ ਦੇ ਮਾਲਕ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਾਂ ਉਹਨਾਂ ਨੇ ਆਪਣੇ ਕਰ ਕਮਲਾਂ ਨਾਲ ਦਿੱਤਾ ਗੁਰਦਿੱਤਾ ਜੀ ਨੂੰ। ਗੁਰਦਿੱਤਾ ਜੀ ਪੁੱਤਰ ਬਣ ਗਏ ਸ੍ਰੀ ਚੰਦ ਜੀ ਦੇ। ਸ੍ਰੀ ਚੰਦ ਜੀ ਦੇ ਪੁੱਤਰ ਬਣੇ। ਸਾਧ ਸੰਗਤ ਜੀ ਉਹਨਾਂ ਦੀ ਆਗਿਆ, ਉਹਨਾਂ ਦੇ ਕਥਨ, ਉਹਨਾਂ ਦੇ ਪਿਆਰ ਸਤਿਕਾਰ ਨਾਲ ਚੱਲਦੇ ਰਹੇ। ਆਖਰ ਨੂੰ ਸਾਧ ਸਿੰਘ ਗੁਰਦਿੱਤਾ ਜੀ ਦੇ ਘਰ ਸੁਪੁੱਤਰ ਆਏ, ਇੱਕ ਧੀਰਮਲ ਜੀ ਤੇ ਹਰ ਰਾਏ ਜੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹਰ ਰਾਏ ਜੀ, ਹਰ ਰਾਏ ਜੀ ਨੂੰ ਸਾਧ ਸੰਗਤ ਜੀ ਸਤਵੀਂ ਗੱਦੀ ਪ੍ਰਾਪਤ ਹੋਈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਤਰਕਾਂ ਕਰੀ ਜਾਂਦੇ ਆ, ਗੁਰੂ ਨਾਨਕ ਦੇ ਘਰ ਦਾ ਕਿੰਨਾ ਮਿਲਾਪ ਸੀ, ਕਿੰਨਾ ਮੇਲ ਸੀ, ਕਿੰਨਾ ਪ੍ਰੇਮ ਸੀ। ਗੁਰੂ ਨਾਨਕ ਦੀ ਗੱਦੀ ਫੇਰ ਗਈ ਸਤਵੇਂ ਰੂਪ ਵਿੱਚ ਸ੍ਰੀ ਚੰਦ ਜੀ ਦੇ ਘਰ। ਸਤਵੀਂ ਗੱਦੀ ਸ੍ਰੀ ਚੰਦ ਜੀ ਦੇ ਘਰੋਂ ਤੁਰੀ ਆਈ। ਸਤਵੀਂ ਗੱਦੀ, ਸਤਵੇਂ ਗੁਰੂ ਨਾਨਕ ਫੇਰ ਸ੍ਰੀ ਚੰਦ ਜੀ ਦੇ ਘਰੋਂ ਆਏ ਨੇ। ਅੱਜ ਸਾਧ ਸੰਗਤ ਜੀ ਘੱਟ ਬੜੇ ਨੇ, ਜਾਤ ਸਾਧ ਸੰਗਤ ਜੀ ਐਵੇਂ ਧਰਮਾਂ ਨੂੰ, ਲੋਕਾਂ ਨੂੰ ਪਾੜਨ ਵਾਸਤੇ, ਸਮਾਜ ਨੂੰ ਤੋੜਨ ਵਾਸਤੇ ਵਿਧੀਆਂ ਨੇ। ਕਿਉਂਕਿ ਸਰਕਾਰਾਂ ਦੇ ਰਾਜ ਨੇ ਜਿਹੜੇ, ਉਹ ਲੋਕਾਂ ਨੂੰ ਪਾੜੋ ਨੀਤੀ ਨਾਲ ਰਾਜ ਕਰਦੇ ਨੇ। ਧਰਮਾਂ ਨੂੰ ਲੜਾਓ, ਮਜ਼ਹਬਾਂ ਨਾਲ ਲੜਾਓ, ਹਿੰਦੂ ਸਿੱਖ ਦਾ ਤੇ ਸਾਡੇ ਵੀਰ ਨੇ ਜਿਹੜੇ ਛੋਟੀਆਂ ਜਾਤਾਂ, ਇਹਨਾਂ ਦਾ ਜੱਟਾਂ ਦਾ, ਇਹ ਬਾਦ ਪਵਾ ਦਿਓ, ਲੜਾਈ ਪਵਾ ਦਿਓ ਤੇ ਰਾਜ ਕਰੋ। ਇਹ ਉਲਝੇ ਰਹਿੰਦੇ ਇਹਨਾਂ ਗੱਲਾਂ 'ਚ। ਸੋ ਸਮਾਜ ਵਿੱਚ ਰਹਿੰਦਿਆਂ ਹੋਇਆਂ
ਕਦੇ ਵੀ ਕਿਸੇ ਨੂੰ ਬੁਰਾ ਨਾ ਆਖੋ, ਤਰਕ ਨਾ ਕਰੋ, ਕਿਸੇ ਤੇ ਗਿਆਨ ਲਵੋ। ਜੇ ਪਤਾ ਨਹੀਂ ਧਰਮ ਗ੍ਰੰਥ ਪੜ੍ਹੋ ਜਾਂ ਕਿਸੇ ਵਿਦਵਾਨ ਕੋਲ ਜਾਓ। ਸੋ ਗੁਰਬਾਣੀ ਪੜ੍ਹੋ, ਗੁਰਬਾਣੀ ਪੜ੍ਹ ਕੇ ਪਤਾ ਲੱਗਦਾ ਸਾਨੂੰ ਗੁਰੂ ਜੀ ਦਾ ਹੁਕਮ ਕੀ ਹੈ। ਮੰਦਾ ਕਿਸੇ ਨਾ ਆਖੀਐ, ਪੜ੍ਹ ਅੱਖਰ ਇਹੋ ਬੁੱਝੀਐ। ਅੱਖਰ ਕਿਹੜਾ ਬੁੱਝਣਾ? ਗੁਰੂ ਨਾਨਕ ਦੇ ਘਰ ਦਾ। ਸੋ ਸਾਧ ਸੰਗਤ ਜੀ ਆਓ, ਸਤਿਗੁਰੂ ਕਿਰਪਾ ਕਰਨ, ਸੱਚੇ ਪਾਤਸ਼ਾਹ ਰਹਿਮਤ ਵਰਤਾਉਣ, ਸਮੱਤ ਆਵੇ। ਬਾਣੀ ਨਾਲ ਜੋੜੋ, ਬਾਣੇ ਨਾਲ ਜੋੜੋ, ਨਾਮ ਨਾਲ ਜੋੜੋ। ਜੇ ਗੁਰੂ ਨਾਨਕ ਜੀ ਨੂੰ ਗੁਰੂ ਧਾਰਨਾ ਪੈ ਸਕਦਾ ਹੈ, ਜੇ ਗੁਰੂ ਨਾਨਕ ਜੀ ਨੂੰ ਗੁਰੂ ਬਿਨਾਂ ਨਹੀਂ ਸਰਦਾ, ਤਾਂ ਸਾਡਾ ਕਿਵੇਂ ਸਰ ਜਾਊਗਾ ਭਾਈ? ਸਾਡਾ ਚੱਲਦਾ ਕੰਮ, ਕਿੰਨਿਆਂ ਦਾ ਚੱਲਦਾ ਭਾਈ? ਸਤਸੰਗਤ ਹੋ ਰਹੀ ਹੈ ਜਿਹਦੇ ਵਿੱਚੋਂ, ਸਤਸੰਗਤ ਵਿੱਚੋਂ ਇੱਕ ਗੱਲ ਲੱਭਣੀ ਹੁੰਦੀ ਹੈ ਵੀ ਅਸੀਂ ਆਏ ਕਿਉਂ ਆ, ਕੀ ਕਰ ਰਹੇ ਆ, ਅੱਗੇ ਕੀ ਕਰਨਾ। ਸਕੂਲ ਵਿੱਚ ਪੜ੍ਹਨ ਜਾਈਦਾ ਕੀ ਕੰਮ ਹੁੰਦਾ ਭਾਈ? ਵਿੱਦਿਆ ਲੈਣੀ ਆ, ਐਗਜ਼ਾਮ ਦੇਣਾ 10ਵੀਂ ਦਾ, ਉਹ 'ਚ ਪਾਸ ਹੋਣਾ। ਸਤਸੰਗਤ ਵਿੱਚ ਕਿਉਂ ਆਉਣਾ? ਕਿ ਸਾਡਾ ਸੰਸਾਰ ਤੇ ਆਉਣਾ ਕਿਉਂ ਆ? ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਨਹੀਂ ਕੀਆ ਮਿਥਿਆ ਤਨ ਧਨ ਕਟੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਅਸਥੀ ਅਸ ਵਸਤਰਾ, ਮਿਥਿਆ ਰੰਗ ਸੰਗ ਮਾਇਆ ਦੇਖ ਹਸਤਾ। ਮਿਥਿਆ ਧਰੋ ਮੋਹ ਵਿਮਾਨ, ਮਿਥਿਆ ਆਪ ਸੋ ਉਪਰ ਕਰਤਮਾਨ। ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਤਾਂ ਕਰਕੇ ਆਓ ਧਾਰਨਾ ਪੜ੍ਹ ਕੇ ਆਪਾਂ ਸਮਾਪਤੀ ਕਰੀਏ। ਬਹੁਤ ਹੀ ਸਤਿਕਾਰਯੋਗ ਬਾਬਾ ਜੀ ਹਰਬੰਸ ਸਿੰਘ ਜੀ ਜੈਨਪੁਰ ਵਾਲੇ, ਉਹ ਆਏ ਹੋਏ ਨੇ। ਬਾਬਾ ਰਣਜੋਤ ਸਿੰਘ ਜੀ ਜੋ ਕਿ ਸਾਧ ਸੰਗਤ ਜੀ ਸੰਘਰਸ਼ ਵਿੱਚ ਵੀ ਜਾਂਦੇ ਨੇ, ਜਿੱਥੇ ਕੋਈ ਬੇਅਦਬੀ ਹੁੰਦੀ ਹੈ ਜਾਂ ਕੋਈ ਹੋਰ ਮੀਟਿੰਗਾਂ ਹੁੰਦੀਆਂ ਨੇ, ਵੱਧ ਚੜ੍ਹ ਕੇ ਆਪਣਾ ਹਿੱਸਾ ਪਾਉਂਦੇ ਨੇ। ਸਾਰਿਆਂ ਨੂੰ ਪਾਉਣਾ ਚਾਹੀਦਾ ਜਿੰਨੇ ਪ੍ਰਚਾਰਕ ਨੇ, ਕਿਉਂਕਿ ਜੇ ਅਸੀਂ ਇੱਕ ਹੋ ਕੇ ਤੁਰਾਂਗੇ ਤਾਂ ਕੋਈ ਪ੍ਰਾਪਤੀ ਹੋਣੀ ਹੈ। ਜੇ ਅਸੀਂ ਇੱਕ ਹੋ ਕੇ ਨਹੀਂ ਤੁਰਾਂਗੇ ਤਾਂ ਜਿਹੜੇ ਵਿਰੋਧੀ ਨੇ, ਲੋਭੀ ਲੋਕ ਨੇ, ਹਥਿਆਰੇ ਨੇ, ਜ਼ੁਲਮ ਕਰਨ ਵਾਲੇ ਨੇ, ਉਹਨਾਂ ਦਾ ਵਾਧਾ ਹੋ ਜਾਣਾ। ਅੱਜ ਲੋੜ ਹੈ ਸਾਰੇ ਪੂਰੇ ਸਮਾਜ ਨੂੰ ਧਰਮ ਗ੍ਰੰਥਾਂ ਦੀ, ਗੁਰੂ ਘਰਾਂ ਦੀ, ਧਰਮੀ ਬੰਦਿਆਂ ਦੀ ਰੱਖਿਆ ਕਰਨ ਦਾ ਫਰਜ਼ ਬਣਦਾ ਹੈ। ਜਿੱਥੇ ਕੋਈ ਜ਼ੁਲਮ ਹੁੰਦਾ ਸਾਧ ਸੰਗਤ ਜੀ, ਉੱਥੇ ਖੜ ਜਾਣਾ ਚੰਗੇ ਬੰਦਿਆਂ ਦਾ, ਚੰਗੇ ਇਨਸਾਨਾਂ ਦਾ ਕੰਮ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਜੰਗ ਸੀ, ਲੜਾਈ ਸੀ, ਉਹ ਕੋਈ ਜਰ ਜੋਰੂ ਜ਼ਮੀਨ ਵਾਲੀ ਨਹੀਂ ਸੀ। ਉਹ ਗਰੀਬਾਂ ਤੇ ਜੋ ਸਾਧ ਸੰਗਤ ਜੀ ਜ਼ੁਲਮ ਹੋ ਰਿਹਾ ਸੀ, ਪੰਡਤ ਲੋਕ, ਰਾਜੇ ਲੋਕ, ਧਨਾਢ ਲੋਕ ਗਰੀਬਾਂ ਨੂੰ ਜਿਉਣ ਨਹੀਂ ਸੀ ਦਿੰਦੇ, ਹੱਕ ਮਾਰਦੇ ਸੀ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਇਨਹੀ ਕੀ ਕਿਰਪਾ ਤੇ ਸਜੇ ਹੁਣ, ਇਹਨਾਂ ਦੇ ਕਰਕੇ ਤੇ ਮੈਂ ਸੰਸਾਰ ਤੇ ਆਇਆ। ਮੈਂ ਇਹਨਾਂ ਦੀ ਰੱਖਿਆ ਨਹੀਂ ਕਰੂੰਗਾ ਤਾਂ ਮੇਰਾ ਆਉਣ ਦਾ ਕੀ ਫਾਇਦਾ ਹੋਇਆ। ਸਤਿਗੁਰੂ ਜੀ ਕਹਿੰਦੇ ਮੈਂ ਇਹਨਾਂ ਨੂੰ ਘੋੜਿਆਂ ਤੇ ਚੜਾਊਂ, ਮੈਂ ਇਹਨਾਂ ਨੂੰ ਤਲਵਾਰਾਂ ਫੜਾਊਂ, ਮੈਂ ਇਹਨਾਂ ਦੇ ਸਿਰਾਂ ਤੇ ਕਲਗੀਆਂ ਸਜਾਊਂ। ਇਹ ਚੰਗੀ ਨਾ ਲੱਗੀ ਗੱਲ। ਪਹਾੜੀ ਰਾਜਿਆਂ ਨੇ ਲੜਾਈਆਂ ਸ਼ੁਰੂ ਕਰਤੀਆਂ, ਵਾਦ ਵਿਵਾਦ ਸ਼ੁਰੂ ਕਰਤਾ, ਆਨੇ ਬਹਾਨੇ, ਗੱਲ ਨਾ ਬਣੀ, ਜੰਗ ਕੋਈ ਜਿੱਤ ਨਾ ਹੋਈ, ਮੂੰਹ ਦੀ ਖਾਣੀ ਪਈ, ਦਿੱਲੀ ਜਾ ਬੜੇ। ਔਰੰਗਜ਼ੇਬ ਨੂੰ ਕਹਿੰਦੇ ਇੱਕ ਸਾਧ ਐਸਾ ਆਇਆ ਪੰਜਾਬ ਵਿੱਚ, ਉਹ ਗਰੀਬਾਂ ਨੂੰ, ਮਨਾਣਿਆਂ, ਨਤਾਣਿਆਂ ਨੂੰ, ਸੋਦਰਾਂ ਨੂੰ ਇਕੱਠੇ ਕਰਕੇ ਕਹਿੰਦੇ ਫੌਜ ਬਣਾਉਂਦਾ। ਜੇ ਉਹਨੂੰ ਨਾ ਨੱਪਿਆ, ਉਹਨੂੰ ਨਾ ਫੜਿਆ ਨਾ, ਉਹ ਦਿੱਲੀ ਤੇ ਕਬਜ਼ਾ ਕਰ ਲੂ ਇੱਕ ਦਿਨ। ਜਿਵੇਂ ਲੋਕ ਚੁਗਲੀ ਕਰਦੇ ਹੁੰਦੇ ਆ, ਵੱਧ ਘੱਟ ਗੱਲਾਂ ਲਾ ਕੇ, ਤਾੜ ਲਾ ਕੇ ਹੁਕਮ ਕਰਾਤਾ। ਕਹਿੰਦੇ ਵੀ ਜਾਓ ਉਹਨੂੰ ਕਹਿ ਦਿਓ ਕੋਈ ਤਲਵਾਰ ਨਹੀਂ ਚੱਕੋ, ਕੋਈ ਘੋੜੇ ਤੇ ਨਹੀਂ ਚੜੂਗਾ, ਕੋਈ ਕੁਛ ਨਹੀਂ ਕਰੂ, ਤੈਂ ਮਾਲਾ ਫੇਰਨੀਆਂ ਮਾਲਾ ਫੇਰ ਲੈ, ਹੋਰ ਕੁਝ ਨਹੀਂ ਕਰਨਾ। ਸਤਿਗੁਰੂ ਜੀ ਨੇ ਉਲਟਾ ਜਵਾਬ ਭੇਜ ਦਿੱਤਾ, ਕਹਿੰਦੇ ਸਭ ਕੁਝ ਹੋਊ, ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਕਿਸੇ ਡਰ, ਮਹਾਰਾਜ ਜੀ ਦੀ ਇੱਥੋਂ ਜੰਗ ਸ਼ੁਰੂ ਹੋਈ ਸੀ। ਕਲਗੀਧਰ ਪਾਤਸ਼ਾਹ ਜੀ ਨੂੰ ਛੱਡਿਆ, ਪਤਾ ਨਹੀਂ ਅੱਜ ਸਾਧ ਸੰਗਤ ਜੀ ਅਸੀਂ ਕਿੱਥੇ ਕਿੱਥੇ ਫਿਰਦੇ ਹਾਂ। ਜਿਹਨੇ ਸਾਡੀ ਰੱਖਿਆ ਕੀਤੀ, ਜਿਹਨੇ ਸਾਡੀ ਹਾਮੀ ਭਰੀ,
ਤੇ ਉਹਨੂੰ ਤਾਂ ਯਾਦ ਹੀ ਨਹੀਂ ਕਰਦੇ ਅਸੀਂ। ਆਓ ਸਾਧ ਸੰਗਤ ਜੀ, ਗੁਰਬਾਣੀ ਸਾਨੂੰ ਕੀ ਕਹਿੰਦੀ ਹੈ, ਇੱਕ ਧਾਰਨਾ ਪੜ੍ਹ ਕੇ ਮੈਂ ਸਮਾਪਤੀ ਕਰਨਾ। ਕਰੀਏ ਆਪੋ ਸਾਰੇ ਜਾਣੇ, ਭਗਤ ਕਰੋ ਮਨ ਮੀਤ ਹਰ ਕੀ ਭਗਤ ਕਰੋ, ਭਗਤ ਕਰੋ ਮਨ ਮੀਤ ਹਰ ਕੀ ਭਗਤ ਕਰੋ, ਭਗਤ ਕਰੋ ਹਰ ਮੀਤ ਹਰ ਕੀ ਭਗਤ ਕਰੋ, ਭਗਤ ਕਰੋ ਹਰ ਕੀ ਭਗਤ ਕਰੋ, ਭਗਤ ਕਰੋ ਮਨ ਮੀਤ ਹਰ ਕੀ ਭਗਤ ਕਰੋ, ਭਗਤ ਕਰੋ ਮਨ ਮੀਤ ਹਰ ਕੀ ਭਗਤ ਕਰੋ, ਭਗਤ ਕਰੋ ਜੀ 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 ਭਗਤ ਕਰੋ, ਭਗਤ ਕਰੋ ਮਨ ਮੀਤ ਹਰ ਕੀ ਭਗਤ ਕਰੋ, ਭਗਤ ਕਰੋ ਮਨ ਮੀਤ ਹਰ ਕੀ ਭਗਤ ਕਰੋ, ਭਗਤ ਕਰੋ ਹਰ ਮੀਤ ਹਰ ਕੀ ਭਗਤ ਕਰੋ, ਭਗਤ ਕਰੋ ਮਨ ਮੀਤ ਹਰ ਕੀ, ਭਗਤ ਕਰੋ ਮਨ ਮੀਤ ਹਰ ਕੀ ਭਗਤ ਕਰੋ, ਭਗਤ ਕਰੋ ਮਨ ਮੀਤ ਹਰ ਕੀ ਭਗਤ ਕਰੋ, ਹਰ ਕੀ ਭਗਤ ਕਰੋ ਮਨ ਮੀਤ। ਕਿਹਨੇ ਆਖਿਆ ਭਾਈ? ਗੁਰੂ ਗ੍ਰੰਥ ਸਾਹਿਬ ਜੀ ਨੇ। ਨਿਰਮਲ ਹੋਏ ਤੁਮਾਰੋ ਚੀਤ, ਨਿਰਮਲ ਚਿੱਤ ਹੋਊਗਾ। ਮਹਾਰਾਜ ਜੀ ਕਹਿੰਦੇ ਨੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਗੁਰੂ ਧਾਰਨ ਕਰਕੇ ਆਪਣੀ ਆਪਣੀ ਵਿਧੀ ਅਨੁਸਾਰ ਹਿੰਦੂ ਮਤ ਵਿੱਚ ਆਪਣਾ ਗੁਰੂ ਧਾਰਿਆ ਜਾਵੇ, ਮੁਸਲਮਾਨ ਮਤ ਵਿੱਚ ਆਪਣਾ ਗੁਰੂ ਧਾਰਿਆ ਜਾਵੇ। ਹੋਰ ਬੜੇ ਮਤ ਨੇ। ਸਿੱਖੀ ਮਤ ਦੇ ਵਿੱਚ ਪੰਜ ਪਿਆਰਿਆਂ ਤੋਂ ਅੰਮ੍ਰਿਤ ਲੈ ਕੇ ਗੁਰੂ ਧਾਰਨ ਕੀਤਾ ਜਾਂਦਾ ਹੈ। ਫਿਰ ਨਾਮ ਜਪੇ, ਸਿਮਰਨ ਕਰੇ, ਆਪਣੇ ਆਪਣੇ ਬੰਦਗੀ ਵਿੱਚ ਰੁੱਝਿਆ ਰਹੇ, ਗੁਰੂ ਅੱਗੇ ਬੇਨਤੀ ਕਰੇ, ਐਸੀ ਭਗਤੀ ਕਰੇ, ਕਿਰਤ ਕਰਦਾ ਹੋਇਆ ਨਾਮ ਜਪੇ, ਬੱਚੇ ਪਾਲਦਾ ਹੋਇਆ। ਮਹਾਰਾਜ ਜੀ ਕਹਿੰਦੇ ਨੇ ਉਹਦਾ ਮਨ ਪਵਿੱਤਰ ਹੋ ਜਾਵੇਗਾ। ਬੋਲੋ ਸਤਨਾਮ ਵਾਹਿਗੁਰੂ। ਜਿਹਦਾ ਮਨ ਪਵਿੱਤਰ ਹੋ ਗਿਆ, ਮਨ ਨੂੰ ਸ਼ਾਂਤੀ ਆ ਗਈ, ਉਹੀ ਸੰਤ ਹੈ, ਉਹੀ ਸਾਧੂ ਹੈ, ਉਹੀ ਮਹਾਂਪੁਰਖ ਹੈ। ਭਾਈ ਇੰਨੀਆਂ ਕਿ ਬੇਨਤੀਆਂ ਕਥਾ ਵਿਚਾਰਾਂ ਸਾਧ ਸੰਗਤ ਜੀ ਆਪ ਜੀ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਦੀ ਖਿਮਾ। ਬਹੁਤ ਬਹੁਤ ਧੰਨਵਾਦ ਬਾਬਾ ਜੀ, ਬਾਬਾ ਰਣਜੋਤ ਸਿੰਘ ਜੀ ਦਾ, ਜਿਨ੍ਹਾਂ ਨੇ ਸਮਾਗਮ ਕਰਾਇਆ, ਰੌਣਕ ਲਾਈ ਹੈ। ਲਾਹਾ ਲਓ ਤੇ ਨਾਮ ਨਾਲ ਜੁੜੋ, ਗੁਰੂ ਦੀ ਗੱਲ ਮੰਨੋ, ਕਿਰਤ ਕਰੋ, ਨਾਮ ਜਪੋ, ਵੰਡ ਸਕੋ। ਇਹਦੇ ਉੱਪਰ ਪਹਿਰਾ ਦਿਓ। ਚੋਰੀ, ਠੱਗੀ, ਝੂਠ, ਚੁਗਲੀ, ਨਿੰਦਿਆ, ਇਹ ਤੋਂ ਬਚੋ ਭਾਈ। ਇਹ ਸਾਨੂੰ ਬਰਬਾਦ ਕਰਦੀ ਹੈ, ਸਾਡੇ ਘਰ ਬਰਬਾਦ ਕਰਦੀ ਹੈ, ਸਾਡਾ ਤਨ ਬਰਬਾਦ ਕਰਦੀ ਹੈ। ਇਸ ਕਰਕੇ ਇਹਨਾਂ ਤੋਂ ਬਚੋ। ਸਤ ਸੰਤੋਖ ਦਇਆ ਧਰਮ ਦੇ ਧਾਰਨੀ ਬਣੋ। ਇਹ ਸਤਸੰਗਤ ਦਾ ਸਾਧ ਸੰਗਤ ਜੀ ਅਸਲ ਗੁਣ ਹੈ। ਬੋਲੋ ਸਤਨਾਮ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।